ਹੈਲੋ ਡੀਅਰ ਸਟੂਡੈਂਟਸ, ਐਮ ਅਵਤਾਰ ਸਿੰਘ ਐਂਡ ਅੱਜ ਦੇ ਵੀਡੀਓ ਲੈਕਚਰ ਵਿੱਚ ਆਪਾਂ ਇਸ ਚੈਪਟਰ ਦੇ ਮੋਸਟ ਇੰਪੋਰਟੈਂਟ ਪਾਰਟ ਐਟਮੋਸਫੈਰਿਕ ਰੀਫਰੈਕਸ਼ਨ ਨੂੰ ਸਟੱਡੀ ਕਰਾਂਗੇ। ਰਿਫਰੈਕਸ਼ਨ ਬਾਰੇ ਆਪਾਂ ਪਹਿਲਾਂ ਵੀ ਪੜ੍ਹਿਆ ਹੋਇਆ, ਬਟ ਅੱਜ ਆਪਾਂ ਐਟਮੋਸਫੈਰਿਕ ਰੀਫਰੈਕਸ਼ਨ ਨੂੰ ਡਿਟੇਲ ਵਿੱਚ ਕਰਾਂਗੇ ਐਂਡ ਉਸ ਤੋਂ ਬਾਅਦ ਆਪਾਂ ਸਟੱਡੀ ਕਰਾਂਗੇ ਇਸ ਟੌਪਿਕ ਦੀਆਂ ਇੰਪੋਰਟੈਂਟ ਐਪਲੀਕੇਸ਼ਨਸ। ਜਿਵੇਂ ਕਿ ਆਪਣੇ ਕੋਲ ਫਸਟ ਕੁਐਸਚਨ ਬਣਦਾ, ਵਾਈ ਸਟਾਰਸ ਅਪੀਅਰ ਟੂ ਬੀ ਹਾਈਅਰ ਦੈਨ ਦੇਅਰ ਐਕਚੁਅਲ ਪੋਜੀਸ਼ਨਸ। ਵੀ ਜਿਹੜੇ ਸਟਾਰਸ ਆ ਉਹ ਆਪਾਂ ਨੂੰ ਇਹਨਾਂ ਦੀ ਐਕਚੁਅਲ ਪੋਜੀਸ਼ਨ ਤੋਂ ਥੋੜ੍ਹੇ ਜਿਹੇ ਉੱਪਰ ਦਿਖਾਈ ਦਿੰਦੇ ਆ। ਸੋ ਇਸ ਦਾ ਆਨਸਰ ਕੀ ਰਹੇਗਾ? ਐਟਮੋਸਫੈਰਿਕ ਰੀਫਰੈਕਸ਼ਨ। ਐਂਡ ਆਪਣੇ ਕੋਲ ਸੈਕਿੰਡ ਕੁਐਸਚਨ ਹੈ, ਵਾਈ ਸਟਾਰਸ ਟਵਿੰਕਲ ਐਂਡ ਪਲੈਨਟਸ ਡੂ ਨਾਟ। ਹਾਂਜੀ, ਵੀ ਜਿਹੜੇ ਸਟਾਰਸ ਆ ਇਹ ਆਪਾਂ ਨੂੰ ਟਵਿੰਕਲ ਹੁੰਦੇ ਹੋਏ ਦਿਖਾਈ ਦਿੰਦੇ ਆ, ਬਟ ਪਲੈਨਟਸ ਨਹੀਂ। ਇਸ ਦਾ ਵੀ ਆਨਸਰ ਰਹੇਗਾ ਆਪਣੇ ਕੋਲੇ ਐਟਮੋਸਫੈਰਿਕ ਰੀਫਰੈਕਸ਼ਨ। ਐਂਡ ਥਰਡ ਕੁਐਸਚਨ ਹੈ, ਐਡਵਾਂਸਡ ਸਨਰਾਈਜ਼ ਐਂਡ ਡਿਲੇਡ ਸਨਸੈਟ। ਵੀ ਜਿਹੜਾ ਸੂਰਜ ਹੈ ਉਹ ਉਸਦੇ ਐਕਚੁਅਲ ਰਾਈਜ਼ ਤੋਂ ਆਪਾਂ ਨੂੰ ਪਹਿਲਾਂ ਦਿਖਾਈ ਦੇਣ ਲੱਗ ਜਾਂਦਾ ਐਂਡ ਉਸਦੇ ਛਿਪਣ ਤੋਂ ਬਾਅਦ ਵੀ ਆਪਾਂ ਨੂੰ ਦਿਖਾਈ ਦਿੰਦਾ ਰਹਿੰਦਾ। ਸੋ ਟੋਟਲ ਆਪਾਂ ਨੂੰ 4 ਮਿੰਟ ਐਕਸਟਰਾ ਦਿਖਾਈ ਦਿੰਦਾ। 2 ਮਿੰਟ ਤਾਂ ਆਪਾਂ ਨੂੰ ਰਾਈਜ਼ ਹੋਣ ਤੋਂ ਪਹਿਲਾਂ ਦਿਖਾਈ ਦੇਣ ਲੱਗ ਜਾਂਦਾ ਐਂਡ 2 ਮਿੰਟ ਛਿਪਣ ਤੋਂ ਬਾਅਦ ਵੀ ਦਿਖਦਾ ਰਹਿੰਦਾ। ਠੀਕ ਹੈ, ਸੋ ਇਸ ਦਾ ਵੀ ਕੀ ਆਨਸਰ ਰਹੇਗਾ? ਐਟਮੋਸਫੈਰਿਕ ਰੀਫਰੈਕਸ਼ਨ। ਸੋ ਆਪਾਂ ਇਸ ਟੌਪਿਕ ਨੂੰ ਐਂਡ ਇਹਨਾਂ ਤਿੰਨਾਂ ਐਪਲੀਕੇਸ਼ਨਸ ਨੂੰ ਡਿਟੇਲ ਵਿੱਚ ਸਟਾਰਟ ਕਰਦੇ ਹਾਂ। ਸੋ ਆਪਣਾ ਅੱਜ ਦਾ ਫਸਟ ਟੌਪਿਕ ਹੈ ਐਟਮੋਸਫੈਰਿਕ ਰੀਫਰੈਕਸ਼ਨ, ਮੋਸਟ ਇੰਪੋਰਟੈਂਟ ਟੌਪਿਕ। ਠੀਕ ਹੈ, ਫਸਟਲੀ ਇਸ ਨੂੰ ਲਿਖ ਲਈਏ ਮੋਸਟ ਇੰਪੋਰਟੈਂਟ। ਹਾਂਜੀ, ਤਾਂ ਇਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਰਿਫਰੈਕਸ਼ਨ ਬਾਰੇ ਫੇਰ ਜਾਣ ਲਈਏ। ਆਪਾਂ ਲਾਸਟ ਵੀਡੀਓ ਲੈਕਚਰ ਦੇ ਵਿੱਚ ਰਿਫਰੈਕਸ਼ਨ ਬਾਰੇ ਚੰਗੇ ਤਰੀਕੇ ਕਰ ਲਿਆ ਸੀ, ਬਟ ਮੈਂ ਇੱਕ ਵਾਰ ਫੇਰ ਦੱਸ ਰਿਹਾ, ਥੋੜਾ ਜਿਹਾ ਰਿਵਾਈਜ਼ ਹੋ ਜਾਊਗਾ। ਰਿਫਰੈਕਸ਼ਨ ਵਿੱਚ ਆਪਾਂ ਕੀ ਕੀਤਾ ਸੀ ਵੀ ਸਪੋਜ਼ ਕਰ ਲਓ ਇਸ ਨੂੰ ਆਪਾਂ ਕਿਹਾ ਸੀ ਇੰਟਰਫੇਸ। ਠੀਕ ਹੈ, ਇਸ ਨੂੰ ਕੀ ਬੋਲਿਆ ਸੀ ਆਪਾਂ? ਇੰਟਰਫੇਸ। ਓਕੇ, ਉੱਪਰ ਆਪਾਂ ਕਿਹਾ ਸੀ ਮੀਡੀਅਮ 1, ਨੀਚੇ ਮੀਡੀਅਮ 2। ਸਪੋਜ਼ ਕਰ ਲਈਏ ਆਪਾਂ ਉੱਪਰ ਕਿਹਾ ਸੀ ਜਿਵੇਂ ਮੀਡੀਅਮ 에ਅਰ ਵਾਲਾ ਐਂਡ ਨੀਚੇ ਆਪਾਂ ਕਿਹਾ ਸੀਗਾ ਵਾਟਰ ਮੀਡੀਅਮ। ਠੀਕ ਹੈ, ਹਾਂਜੀ, ਤਾਂ ਹੁਣ ਜਿਹੜਾ 에ਅਰ ਮੀਡੀਅਮ ਸੀ ਇਸ ਨੂੰ ਆਪਾਂ ਕੀ ਬੋਲਿਆ ਸੀ? ਰੇਅਰਰ ਮੀਡੀਅਮ। ਰੇਅਰਰ ਕਿਉਂ ਬੋਲਿਆ ਸੀ? ਜ਼ਿਆਦਾ ਨਾ। ਐਂਡ ਇਸ ਨੂੰ ਬੋਲਿਆ ਸੀ ਆਪਾਂ ਡੈਂਸਰ। ਹਾਂਜੀ, ਰੇਅਰਰ ਤਾਂ ਬੋਲਿਆ ਸੀ ਬਿਕੋਜ਼ 에ਅਰ ਦੇ ਪਾਰਟੀਕਲਸ ਆਪਾਂ ਨੂੰ ਪਤਾ ਦੂਰ ਦੂਰ ਹੋਣਗੇ ਐਜ਼ ਕੰਪੇਅਰ ਟੂ ਵਾਟਰ। ਸੋ ਵਾਟਰ ਮੀਡੀਅਮ ਕਿਹੜਾ ਹੋ ਗਿਆ? ਡੈਂਸਰ ਮੀਡੀਅਮ। ਓਕੇ, ਐਂਡ ਇੱਕ ਚੀਜ਼ ਆਪਾਂ ਕਹੀ ਸੀ ਵੀ ਜੇਕਰ ਰੇ ਆਫ ਲਾਈਟ ਆ ਰਹੀ ਹੈ, ਸਪੋਜ਼ ਕਰ ਲਓ ਇੱਥੋਂ ਰੇ ਆਫ ਲਾਈਟ ਆ ਰਹੀ ਹੈ ਇਸ ਤਰੀਕੇ, ਤਾਂ ਆਪਣੀ ਕੋਲੇ ਇਸ ਜਗ੍ਹਾ ਤੇ ਕੀ ਡਰਾ ਹੋ ਜਾਂਦੀ ਸੀ? ਨਾਰਮਲ। ਠੀਕ ਹੈ, ਇਹ ਡਰਾ ਹੋ ਗਈ ਆਪਣੀ ਕੋਲੇ ਨਾਰਮਲ ਰੇ ਐਂਡ ਇਹ ਡਰਾ ਹੋ ਗਈ ਸੀ ਆਪਣੀ ਕੋਲੇ ਇੰਸੀਡੈਂਟ ਰੇ। ਠੀਕ ਹੈ, ਸੋ ਹੁਣ ਦੇਖੋ ਮੈਂ ਤੁਹਾਨੂੰ ਕਿਹਾ ਸੀ ਜਦੋਂ ਆਪਣੀ ਕੋਲੇ ਰੇ ਆਫ ਲਾਈਟ ਆਏਗੀ ਰੇਅਰਰ ਮੀਡੀਅਮ ਟੂ ਡੈਂਸਰ ਮੀਡੀਅਮ। ਮੈਂ ਇੱਥੇ ਇੱਕ ਵਾਰ ਲਿਖ ਵੀ ਦਿੰਦਾ, ਵੈਨ ਰੇ ਆਫ ਲਾਈਟ comes from rarer medium to denser medium, then ਕੀ ਹੋਏਗਾ? ਸੋ ਪਲੀਜ਼ ਚੰਗੇ ਤਰੀਕੇ ਨੋਟ ਕਰ ਲਿਓ ਇਸ ਨੂੰ। ਹਾਂਜੀ, then it will bend। ਹਾਂਜੀ, ਤਾਂ ਹੁਣ ਦੇਖੋ ਜਦੋਂ ਆਪਣੀ ਕੋਲੇ ਰੇਅਰ ਮੀਡੀਅਮ ਟੂ ਡੈਂਸਰ ਮੀਡੀਅਮ ਆ ਰਹੀ ਹੈ then ਕੀ ਹੋਏਗਾ? bend towards normal। ਠੀਕ ਹੈ, ਸੋ ਇਹਨੇ ਜਾਣਾ ਤਾਂ ਇਸ ਤਰੀਕੇ ਸੀ। ਦੇਖੋ ਜੀ, ਇਸਨੇ ਜਾਣਾ ਤਾਂ ਇਸ ਤਰੀਕੇ ਸੀਗਾ, ਬਿਲਕੁਲ ਸਿੱਧਾ, ਹੈ ਨਾ, ਇਸ ਤਰੀਕੇ, ਬਟ ਇਹ ਕੀ ਹੋਏਗੀ? ਇਟ ਵਿਲ ਬੈਂਡ ਟੁਵਾਰਡਸ ਨਾਰਮਲ। ਠੀਕ ਹੈ, ਸੋ ਇਹ ਆਪਣੀ ਕੀ ਹੋਗੀ? ਰਿਫਰੈਕਟਿਵ ਰੇ। ਠੀਕ ਹੈ, ਇਸ ਨੂੰ ਕੀ ਬੋਲਦੇ ਆਪਾਂ? ਰਿਫਰੈਕਟਿਵ ਰੇ। ਸੋ ਆਪਾਂ ਇੱਥੇ ਲਿਖ ਦਿੰਦੇ ਆ ਇਟ ਵਿਲ ਬੈਂਡ ਟੁਵਾਰਡਸ ਨਾਰਮਲ। ਠੀਕ ਹੈ, ਹਜੇ ਆਪਾਂ ਓਨਲੀ ਰਿਫਰੈਕਸ਼ਨ ਦੀ ਗੱਲ ਕਰ ਰਹੇ ਹਾਂ। ਕਲੀਅਰ? ਓਕੇ, ਐਂਡ ਜੇਕਰ ਆਪਾਂ ਇਸ ਦਾ ਉਲਟ ਕੇਸ ਲੈਂਦੇ ਸੀ ਵੀ ਜੇਕਰ ਇੱਥੇ ਆਪਣੇ ਕੋਲੇ ਡੈਂਸਰ ਮੀਡੀਅਮ ਟੂ ਰੇਅਰਰ ਮੀਡੀਅਮ ਲਾਈਟ ਆ ਰਹੀ ਹੋਵੇ ਦੈਨ ਕੀ ਹੁੰਦਾ ਸੀਗਾ? ਇਟ ਵਿਲ ਬੈਂਡ ਅਵੇ ਫਰੋਮ ਨਾਰਮਲ। ਠੀਕ ਹੈ, ਸੋ ਆਪਾਂ ਇਸ ਦਾ ਵੀ ਇੱਕ ਵਾਰ ਕੇਸ ਲੈ ਲੈਂਦੇ ਆ ਉਦਾਂ ਹੀ। ਚਲੋ ਮੈਂ ਇੱਥੇ ਲਿਖਦਾ, ਇਸ ਨੂੰ ਤੁਸੀਂ ਨੋਟ ਕਰ ਲਿਓ ਪੌਜ਼ ਕਰਕੇ ਵੀਡੀਓ ਨੂੰ। ਓਕੇ, ਸੋ ਉੱਪਰ ਵਾਲਾ ਮੀਡੀਅਮ ਆਪਣਾ ਕਿਹੜਾ ਸੀ? 에ਅਰ ਐਂਡ ਨੀਚੇ ਵਾਲਾ ਵਾਟਰ। ਠੀਕ ਹੈ ਜੀ, ਇਹ ਆਪਾਂ ਬੋਲਿਆ ਸੀ ਡੈਂਸਰ ਮੀਡੀਅਮ। ਪਲੀਜ਼ ਇਸ ਨੂੰ ਚੰਗੇ ਤਰੀਕੇ ਕਰ ਲਿਓ, ਮੋਸਟ ਇੰਪੋਰਟੈਂਟ ਟੌਪਿਕ ਹੈ। ਐਂਡ ਇਸ ਨੂੰ ਬੋਲਿਆ ਸੀ ਆਪਾਂ ਰੇਅਰਰ ਮੀਡੀਅਮ। ਓਕੇ, ਸੋ ਹੁਣ ਆਪਾਂ ਕਿਹਾ ਸੀਗਾ ਪਹਿਲਾਂ ਰੇ ਆਫ ਲਾਈਟ ਆਪਾਂ ਰੇਅਰਰ ਟੂ ਡੈਂਸਰ ਪਾਸ ਕਰਾਈ ਸੀ, ਬਟ ਹੁਣ ਆਪਾਂ ਪਾਸ ਕਰਵਾਵਾਂਗੇ ਡੈਂਸਰ ਟੂ ਰੇਅਰਰ। ਸੋ ਆਪਾਂ ਇੱਥੇ ਲਿਖ ਦਿੰਦੇ ਆ ਵੈਨ ਰੇ ਆਫ ਲਾਈਟ ਕਮਸ ਫਰੋਮ denser medium to rarer medium।
ठीक है। ओके, देन इट विल बेंड पर मैं हुणे तुहानूं दस के हटिया ना, अवे फ्रॉम नॉर्मल। इट विल बेंड अवे फ्रॉम नॉर्मल। सो आपां डायग्राम दे विच भी शो करदे हां। हाँ जी, तो हुण आपां कहा भी डेंसर मीडियम टू रेयर, सो मैं इथों लाइट पास करवाती, ठीक है। इसनूं मैं की कहता, यह किहड़ी है, इंसीडेंट रे ऑफ लाइट, ठीक है। सो ऑब्वियसली अपनी नाल दी नाल इत्थे की ड्रॉ हुई होगी, नॉर्मल रे। सो इसनूं आपां बोलता नॉर्मल रे। हाँ जी, तो हुण ये डेंसर मीडियम टू रेयर मीडियम जा रही है। सो जाना तो वैसे इन्हें बिल्कुल इस तरीके से जेकर सीधी जाती, ठीक है। बट ये होएगा कि मैं इत्थे लिखिया इट विल बेंड अवे फ्रॉम नॉर्मल। अवे मींस आह नॉर्मल आ, इस तो दूर। सो यही चली जाएगी इस तरीके, ठीक है। सो इसनूं आपां बोलांगे रिफ्रैक्टेड रे। सो प्लीज रिफ्रैक्शन नूं चंगे तरीके माइंड दे विच फिट कर दिओ। दो ही केसिस है इस विच, जदों अपने कोले डेंसर मीडियम टू रेयर मीडियम लाइट आ रही होएगी दैन ये बेंड होएगी अवे फ्रॉम नॉर्मल, एंड जदों आ रही होएगी रेयर मीडियम टू डेंसर मीडियम दैन ये होएगी टुवार्ड्स नॉर्मल, ठीक है। एंड जेकर आपां गल करिए भी यह जिहड़ी बेंडिंग है ये हो क्यों रही है, सो इसका मेन रीजन है चेंज इन रिफ्रैक्टिव इंडेक्स, ठीक है। चेंज इन रिफ्रैक्टिव इंडेक्स। सो हुण ये तुहाडे लई बिल्कुल नवा वर्ड है रिफ्रैक्टिव इंडेक्स। हाँ जी, तो फिलहाल लई तुसीं रिफ्रैक्टिव इंडेक्स वर्ड नूं ये मान के चलो भी जिस चीज का रिफ्रैक्टिव इंडेक्स ज्यादा होएगा लाइट है जी उन्नी ही ज्यादा बेंड होएगी, ठीक है। जिवें मैं कह दिना है डायमंड है, डायमंड का रिफ्रैक्टिव इंडेक्स बहुत ज्यादा है बिकॉज कितना डेंसर है ना, किन्ने उहदे पार्टिकल्स आ क्लोज है। सो रिफ्रैक्टिव इंडेक्स बहुत ज्यादा है, तो उहदे विच की होएगा लाइट की रे है जिहड़ी वो बहुत ज्यादा बेंड होएगी, ठीक है। जां आपां वाटर की गल करिए, वाटर का रिफ्रैक्टिव इंडेक्स है समथिंग 1.3 है, ठीक है। तो उस दे विच भी की होएगा बेंडिंग होएगी। उस तो बाद ग्लास का रिफ्रैक्टिव इंडेक्स है, सो ग्लास दे विच ज्यादा बेंडिंग होएगी। ग्लास तो ज्यादा डायमंड का रिफ्रैक्टिव इंडेक्स है, सो उस दे विच होर ज्यादा बेंडिंग होएगी। बस रिफ्रैक्टिव इंडेक्स बारे आपां वैसे तो लाइट चैप्टर विच पढ़ांगे। हुण लई तुसीं इन्नी चीज याद रखो भी जिसका रिफ्रैक्टिव इंडेक्स ज्यादा होएगा उन्नी ही ज्यादा बेंडिंग होएगी, ठीक है। एंड एक बार आपां रिफ्रैक्टिव इंडेक्स नूं भी पढ़ ही लैने आ। रिफ्रैक्टिव इंडेक्स बारे जेकर आपां डायग्राम थ्रू समझना होवे भी सपोज कर लो आपां इसनूं एक बार इरेज करदे हां। ओके, हाँ जी, तो देखो मैं ऊपर कह देना ये मीडियम हैगा अपना एयर मीडियम, ठीक है। एंड नीचे वाला मीडियम हैगा सपोज कर लो ग्लास मीडियम, क्लियर। हुण एयर मीडियम तुहानू पता है किहड़ा है, रेयरर, एंड यही किहड़ा है, डेंसर। ओके, सो रे ऑफ लाइट अपनी इस तरीके आएगी, ठीक है, इंसीडेंट रे, एंड बेंड हो जाएगी टुवार्ड्स नॉर्मल। क्यों होएगी, बिकॉज रेयरर मीडियम टू डेंसर मीडियम लाइट आ रही है, ठीक है। रेयरर मीडियम टू आ रही है अपने कोले डेंसर मीडियम। हाँ जी, तो इसने होएगा कि इस तरीके बेंड हो जाएगी। सो इसनूं आपां बोलांगे रिफ्रैक्टेड रे। ओके, सो हुण मैं तुहानूं रिफ्रैक्टिव इंडेक्स समझाउण दी कोशिश कर रहा। हुण इत्थे मैं एयर लिया सी एंड इत्थे लिया ग्लास। हुण तुहानूं पता है भी ग्लास दे नालों डायमंड ज्यादा डेंसर है, डायमंड दे पार्टिकल्स ज्यादा एक दूजे दे क्लोज है, ठीक है। ओके, सो हुण अपने कोले इत्थे जेकर मैं आखां हुण मीडियम इत्थे ले लईए आपां डायमंड, ठीक है। इत्थे मैं एक बार कहता डायमंड मीडियम है। ओके, सो हुण की होएगा जेकर इंसीडेंट रे ऑफ लाइट आ रही है तो इस दे विच की होएगा होर ज्यादा बेंडिंग हो जाएगी, ठीक है। इस दे विच होर ज्यादा बेंडिंग हो जाएगी। ग्लास दे विच तां इन्नी बेंडिंग हुई सी, डायमंड दे विच इन्नी ज्यादा बेंडिंग हो जाएगी। सो इसनूं मैं बोल रहा रिफ्रैक्टिव इंडेक्स। वैसे आपां डिटेल दे विच रिफ्रैक्टिव इंडेक्स बारे लाइट चैप्टर विच स्टडी करांगे। सो हुण आपां मेन टॉपिक एटमॉस्फेरिक रिफ्रैक्शन इस बारे स्टडी करते हैं। वैसे तो नाम तो ही क्लीयर है भी एटमॉस्फेयर दे विच रिफ्रैक्शन हो रही है, बट रिफ्रैक्शन बारे आपां हुणे की पढ़ के हटे हां, बेंडिंग ऑफ लाइट व्हेन लाइट ट्रैवल्स फ्रॉम वन मीडियम टू अनदर, मींस टू से रेयरर मीडियम टू डेंसर मीडियम या डेंसर मीडियम टू रेयरर मीडियम। सो अपने कोले ਜਾਂ ਇਹ ਵੀ ਕਹਿ ਸਕਦੇ ਹਾਂ ਵੀ ਜਦੋਂ ਰਿਫਰੈਕਟਿਵ ਇੰਡੈਕਸ ਦੇ ਵਿੱਚ ਚੇਂਜ ਆ ਰਹੀ ਹੋਵੇ ਉਦੋਂ ਆਪਾਂ ਰਿਫਰੈਕਸ਼ਨ ਦੇਖ ਸਕਦੇ ਹਾਂ, ਠੀਕ ਹੈ।
ਹੁਣ ਕੀ ਐਟਮੋਸਫੇਅਰ ਦੇ ਵਿੱਚ ਵੀ ਦੋ ਮੀਡੀਅਮਸ ਹੁੰਦੇ ਆ? ਤਾਂ ਆਨਸਰ ਇਜ਼ ਯੈਸ। ਓਕੇ, ਕਿਵੇਂ? ਹੁਣ ਆਪਾਂ ਨੂੰ ਪਤਾ ਹੈ ਵੀ ਦਾ ਟੈਂਪਰੇਚਰ ਆਫ ਐਟਮੋਸਫੇਅਰ, ਪਲੀਜ਼ ਇਸ ਨੂੰ ਇੱਕ ਵਾਰ ਨੋਟ ਕਰ ਲਿਓ, ਸਮਝਣ ਵਾਲੀ ਚੀਜ਼ ਹੈ। ਟੈਂਪਰੇਚਰ ਆਫ ਐਟਮੋਸਫੇਅਰ ਚੇਂजेस विद टाइम, ठीक है, थोड़े थोड़े टाइम बाद चेंज हो रहा है, एटमोसफेयर चेंजेस विद टाइम। ओके, सो हुण देखो जी, ਜਦੋਂ ਆਪਣੇ ਕੋਲ ਟੈਂਪਰੇਚਰ ਅਪ ਹੈ, ਮੀਨਸ ਟੂ ਸੇ ਟੈਂਪਰੇਚਰ ਹਾਈ ਹੈ, ਦੈਨ ਕੀ ਹੋਏਗਾ? ਮੈਂ ਦੋਨੋਂ ਮੀਡੀਅਮ ਸ਼ੋ ਕਰ ਰਿਹਾ ਤੁਹਾਨੂੰ ਵੀ ਕਿਹੜੇ ਕਿਹੜੇ ਦੋ ਮੀਡੀਅਮ ਹੁੰਦੇ ਆ ਐਟਮੋਸਫੇਅਰ ਦੇ ਵਿੱਚ, ਆਪਣਾ ਰੇਅਰਰ ਮੀਡੀਅਮ ਤੇ ਡੈਂਸਰ ਮੀਡੀਅਮ, ਠੀਕ ਹੈ। ਸੋ ਹੁਣ ਜੇਕਰ ਹਾਈ ਟੈਂਪਰੇਚਰ ਹੈ, ਹਾਈ ਟੈਂਪਰੇਚਰ ਦਾ ਕੀ ਮਤਲਬ ਆ ਵੀ ਜਿਹੜੀ 에ਅਰ ਹੈ ਮੌਜੂਦ ਉਹ ਕੀ ਹੋਗੀ ਹੌਟ ਹੋਗੀ, ਜਿਵੇਂ ਆਪਣੇ ਕੋਲੇ ਸਮਰਸ ਦੇ ਵਿੱਚ ਹੁੰਦਾ ਹੈ ਹੌਟ 에ਅਰ, ਠੀਕ ਹੈ। ਸੋ ਹੌਟ 에ਅਰ ਮੀਨਸ ਜਿਸ ਦੇ ਇਹਦੇ ਪਾਰਟੀਕਲਸ ਆ ਉਹ ਕੀ ਹੋਣਗੇ ਦੂਰ, ਹਲਕੀ 에ਅਰ ਹੈ ਹਨਾ, ਸੋ ਇਸ ਦੇ ਪਾਰਟੀਕਲਸ ਕੀ ਹੋ ਜਾਣਗੇ, ਇੱਕ ਦੂਜੇ ਤੋਂ ਦੂਰ ਹੋ ਜਾਣਗੇ। ਸੋ ਮੈਂ ਇੱਥੇ ਲਿਖ ਦਿੰਦਾ ਦੂਰ ਪਾਰਟੀਕਲਸ ਹੋ ਗਏ, ਦੈਟ ਮੀਨਸ ਰੇਅਰਰ ਮੀਡੀਅਮ, ਠੀਕ ਹੈ, ਕਲੀਅਰ। ਓਕੇ, ਹੌਟ 에ਅਰ ਮੀਨਸ ਰੇਅਰਰ ਮੀਡੀਅਮ, ਐਂਡ ਜਦੋਂ ਆਪਣੇ ਕੋਲੇ ਟੈਂਪਰੇਚਰ ਕੀ ਹੋ ਗਿਆ, ਲੈਸ ਹੋ ਗਿਆ। ਓਕੇ, ਮੈਂ ਇੱਥੇ ਲਿਖ ਦਿੰਦਾ ਲੈਸ ਟੈਂਪਰੇਚਰ। ਸੋ ਲੈਸ ਟੈਂਪਰੇਚਰ ਮੀਨਸ ਕੋਲਡ 에ਅਰ, ਐਂਡ ਕੋਲਡ 에ਅਰ ਦਾ ਆਪਾਂ ਨੂੰ ਕਲੀਅਰ ਹੀ ਹੈ ਗੱਲ ਵੀ ਜੋ ਚੀਜ਼ਾਂ ਕੋਲਡ ਆ ਉਹਨਾਂ ਦੇ ਪਾਰਟੀਕਲਸ ਇੱਕ ਦੂਜੇ ਤੋਂ ਨੇੜੇ ਹੋਣਗੇ। ਸੋ ਮੈਂ ਇੱਥੇ ਲਿਖ ਦਿੰਦਾ ਕੋਲਡ 에ਅਰ ਮੀਨਸ ਡੈਂਸਰ ਮੀਡੀਅਮ, ਬਿਕੋਜ਼ ਇਹਨਾਂ ਦੇ ਪਾਰਟੀਕਲਸ ਇੱਕ ਦੂਜੇ ਦੇ ਨੇੜੇ ਹੋਣਗੇ, ਠੀਕ ਹੈ। ਓਕੇ, ਸੋ ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਐਟਮੋਸਫੇਅਰ ਦੇ ਵਿੱਚ ਹੌਟ 에ਅਰ ਤੇ ਕੋਲਡ 에ਅਰ ਮੌਜੂਦ ਹੁੰਦੀ ਹੈ, ਕਿਉਂ? ਬਿਕੋਜ਼ ਟੈਂਪਰੇਚਰ ਚੇਂਜ ਹੁੰਦਾ ਰਹਿੰਦਾ ਹੈ, ਐਂਡ ਜੇਕਰ ਇਹ ਮੌਜੂਦ ਹੈ ਦੈਟ ਮੀਨਸ ਰੇਅਰਰ ਮੀਡੀਅਮ ਤੇ ਡੈਂਸਰ ਮੀਡੀਅਮ ਵੀ ਮੌਜੂਦ ਹੈ, ਠੀਕ ਹੈ। ਸੋ ਹੁਣ ਆਪਾਂ ਐਟਮੋਸਫੇਰਿਕ ਰੀਫ੍ਰੈਕਸ਼ਨ ਨੂੰ ਸਮਝਦੇ ਹਾਂ। ਜਿਵੇਂ ਆਪਣੇ ਕੋਲੇ ਆਹ ਅਰਥ ਹੈ, ਸਪੋਜ਼ ਕਰ ਲਓ, ਠੀਕ ਹੈ। ਓਕੇ, ਸੋ ਹੁਣ ਅਰਥ ਦੇ ਉੱਪਰ ਆਪਣੇ ਕੋਲੇ ਇਹ ਕੀ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਐਟਮੋਸਫੇਅਰ, ਠੀਕ ਹੈ। ਮੈਂ ਇਸ ਨੂੰ ਲਿਖ ਦਿੰਦਾ ਐਟਮੋਸਫੇਅਰ। ਸੋ ਪਲੀਜ਼ ਧਿਆਨ ਨਾਲ ਸਮਝਿਓ। ਓਕੇ, ਐਂਡ ਜੇਕਰ ਮੈਂ ਆਖਾਂ ਵੀ ਰੇ ਆਫ ਲਾਈਟ ਇੱਥੋਂ ਆ ਰਹੀ ਹੈ, ਆ ਕੋਈ ਪੁਆਇੰਟ ਸੋਰਸ ਆ, ਇੱਥੋਂ ਰੇ ਆਫ ਲਾਈਟ ਆ ਰਹੀ ਹੈ। ਹੁਣ ਦੇਖੋ ਜੀ, ਮੈਂ ਹੁਣੇ ਗੱਲ ਕਰਕੇ ਹਟਿਆ, ਐਟਮੋਸਫੇਅਰ ਦੇ ਵਿੱਚ ਆਪਣੇ ਕੋਲੇ ਹੌਟ 에ਅਰ ਵੀ ਮੌਜੂਦ ਹੈ ਐਂਡ ਲੈਸ ਆਪਣੀ ਕੋਲਡ 에ਅਰ ਵੀ, ਠੀਕ ਹੈ। ਸੋ ਇੱਥੇ ਆਪਣੇ ਕੋਲੇ ਰਿਫਰੈਕਟਿਵ ਇੰਡੈਕਸ ਦੇ ਵਿੱਚ ਚੇਂਜ ਆ ਰਿਹਾ, ਚੇਂਜ ਹੀ ਆ ਰਿਹਾ ਨਾ, ਬਿਕੋਜ਼ ਰੇਅਰਰ ਮੀਡੀਅਮ ਵੀ ਹੈਗਾ ਐਂਡ ਡੈਂਸਰ ਮੀਡੀਅਮ ਵੀ ਹੈਗਾ। ਸੋ ਦੈਟ ਮੀਨਸ ਇਸਨੇ ਜਾਣਾ ਤਾਂ ਬਿਲਕੁਲ ਸਿੱਧੇ ਸੀਗਾ, ਜਿਹੜੀ ਆਪਣੀ ਇਨਸੀਡੈਂਟ ਰੇ ਆਫ ਲਾਈਟ ਆ ਰਹੀ ਸੀ, ਇਸਨੇ ਜਾਣਾ ਤਾਂ ਬਿਲਕੁਲ ਸਿੱਧੇ ਹੀ ਸੀਗਾ, ਬਟ ਇਹ ਕੀ ਹੋਏਗਾ, ਬੈਂਡ ਹੋ ਜਾਏਗੀ, ਠੀਕ ਹੈ। ਬੈਂਡ ਕਿਉਂ ਹੋਏਗੀ? ਇਸ ਦਾ ਮੇਨ ਕਾਰਨ ਕੀ ਹੈ? ਬਿਕੋਜ਼ ਆਫ ਚੇਂਜ ਇਨ ਰਿਫਰੈਕਟਿਵ ਇੰਡੈਕਸ ਜਾਂ ਰੇਅਰਰ ਮੀਡੀਅਮ ਡੈਂਸਰ ਮੀਡੀਅਮ। ਸੋ ਇਹ ਕੀ ਹੋ ਜਾਏਗੀ, ਇਸ ਤਰੀਕੇ ਬੈਂਡ ਹੋ ਜਾਏਗੀ, ਕਲੀਅਰ। ਸੋ ਇਸ ਨੂੰ ਮੈਂ ਕੀ ਬੋਲ ਰਿਹਾ, ਐਟਮੋਸਫੈਰਿਕ ਰੀਫ੍ਰੈਕਸ਼ਨ। ਸੋ ਮੋਸਟ ਇੰਪੋਰਟੈਂਟ ਚੀਜ਼ ਹੈ ਜੀ, ਜੇ ਸਮਝ ਆ ਗਈ ਤਾਂ ਵੈਲ ਐਂਡ ਗੁੱਡ, ਜੇਕਰ ਨਹੀਂ ਸਮਝ ਆਈ ਤਾਂ ਪਲੀਜ਼ ਮੈਨੂੰ ਤੁਸੀਂ ਆਪਣੇ ਡਾਊਟਸ ਦੇ ਵਿੱਚ ਪੁੱਛ ਲਿਓ, ਬਟ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ। ਓਕੇ, ਐਟਮੋਸਫੈਰਿਕ ਰੀਫ੍ਰੈਕਸ਼ਨ ਦੀ ਐਪਲੀਕੇਸ਼ਨ ਸਟਾਰਟ ਕਰਦੇ ਹਾਂ। ਤਾਂ ਆਪਣੇ ਕੋਲ ਪਹਿਲਾ ਕੁਐਸਚਨ ਆ, ਵਾਈ ਸਟਾਰਸ ਅਪੀਅਰ ਟੂ ਬੀ ਹਾਈਅਰ ਦੈਨ देयर ਐਕਚੁਅਲ ਪੋਜੀਸ਼ਨ। ਸੋ ਆਪਾਂ ਨੂੰ ਜਿਹੜੇ ਸਟਾਰਸ ਆ ਉਹ ਉਹਨਾਂ ਦੀ ਐਕਚੁਅਲ ਪੋਜੀਸ਼ਨ ਤੋਂ ਥੋੜੇ ਜਿਹੇ ਅਪ ਦਿਖਾਈ ਦਿੰਦੇ ਆ, ਥੋੜੇ ਜਿਹੇ ਉੱਚੇ ਦਿਖਾਈ ਦਿੰਦੇ ਆ, ਠੀਕ ਹੈ। ਇਸ ਦਾ ਮੇਨ ਰੀਜ਼ਨ ਕੀ ਹੈ? ਐਟਮੋਸਫੈਰਿਕ ਰੀਫ੍ਰੈਕਸ਼ਨ। ਸੋ ਆਪਾਂ ਸਟਾਰਟ ਕਰਦੇ ਹਾਂ, ਪਲੀਜ਼ ਇਸ ਨੂੰ ਧਿਆਨ ਨਾਲ ਸਮਝ ਲਿਓ, ਇੰਪੋਰਟੈਂਟ ਕੁਐਸਚਨ ਹੈ। ਸੋ ਸਪੋਜ਼ ਕਰ ਲਓ ਮੈਂ ਕਹਿ ਦਿੰਦਾ ਇਹ ਆਪਣੇ ਕੋਲੇ ਹੈ ਅਰਥ, ਠੀਕ ਹੈ। ਓਕੇ, ਸੋ ਇਸ ਨੂੰ ਆਪਾਂ ਲਿਖਤਾ ਅਰਥ। ਇਸ ਦੇ ਉੱਪਰ ਆਪਣੇ ਕੋਲੇ ਕੀ ਹੈ, ਐਟਮੋਸਫੇਅਰ ਮੌਜੂਦ ਹੈ ਇਸ ਤਰੀਕੇ, ਠੀਕ ਹੈ। ਆ ਸਾਰਾ ਪਾਰਟ ਆਪਣੇ ਕੋਲੇ ਐਟਮੋਸਫੇਅਰ ਹੋ ਗਿਆ, ਮੈਂ ਇੱਥੇ ਲਿਖ ਵੀ ਦਿੰਦਾ ਐਟਮੋਸਫੇਅਰ। ਓਕੇ, ਸੋ ਸਪੋਜ਼ ਕਰ ਲੈਂਦੇ ਆਪਾਂ ਵੀ ਇੱਥੇ ਕੋਈ ਪਰਸਨ ਖੜਾ ਹੈ, ਆਹ ਕੋਈ ऑब्जर्वर कह देने ਆਪਾਂ ਇਸ, ਠੀਕ ਹੈ। ਓਕੇ, ਸੋ ਇੱਥੇ ਆਪਣੇ ਕੋਲੇ ਹੈਗਾ ਕੋਈ ਸਟਾਰ। ਹੁਣ ਆਪਾਂ ਨੂੰ ਪਤਾ ਹੈ ਵੀ ਜਿਹੜੇ ਸਟਾਰਸ ਆ ਉਹ ਕਾਫੀ ਦੂਰ ਹੈ ਅਰਥ ਤੋਂ, ਠੀਕ ਹੈ। ਓਕੇ, ਸੋ ਹੁਣ ਸਟਾਰ ਤੋਂ ਰੇ ਆਫ ਲਾਈਟ ਆ ਰਹੀ ਹੈ ਐਕਚੁਅਲ ਦੇ ਵਿੱਚ ਇਸ ਤਰੀਕੇ, ਠੀਕ ਹੈ। ਸੋ ਇਹ ਕੀ ਆ ਰਹੀ ਹੈ, ਇੱਕ ਤਰ੍ਹਾਂ ਨਾਲ ਇਨਸੀਡੈਂਟ ਰੇ ਆਫ ਲਾਈਟ। ਬਟ ਜਦੋਂ ਇਹ ਐਟਮੋਸਫੇਅਰ ਦੇ ਵਿੱਚ ਐਂਟਰ ਹੋਏਗੀ ਤਾਂ ਕੀ ਹੋਏਗਾ? ਹੁਣੇ ਆਪਾਂ ਪਿਛਲੇ ਸਲਾਈਡ ਦੇ ਵਿੱਚ ਵੀ ਕਰਕੇ ਹਟੇ ਹਾਂ
ਵੀ ਬੈਂਡਿੰਗ ਹੋਏਗੀ ਬਿਕੋਜ਼ ਹੌਟ 에ਅਰ ਐਂਡ ਕੋਲਡ 에ਅਰ ਮੌਜੂਦ ਹੈ। ਰਿਫਰੈਕਟਿਵ ਇੰਡੈਕਸ ਟਾਈਮ ਟੂ ਟਾਈਮ ਚੇਂਜ ਹੋ ਰਿਹਾ, ਸੈਕਿੰਡਸ ਦੇ ਵਿੱਚ ਹੀ ਚੇਂਜ ਹੋ ਰਿਹਾ ਰਿਫਰੈਕਟਿਵ ਇੰਡੈਕਸ। ਹੌਟ 에ਅਰ ਤੇ ਕੋਲਡ 에ਅਰ ਥੋੜੀ ਜਿਹੀ ਕਿਤੇ ਉੱਪਰ ਚਲੀ ਜਾਂਦੀ ਹੈ, ਕਦੇ ਨੀਚੇ ਆ ਜਾਂਦੀ ਹੈ। ਸੋ ਜਿਹੜਾ ਆਪਣਾ ਮੀਡੀਅਮ ਹੈ ਇਹ ਚੇਂਜ ਹੋ ਰਿਹਾ। ਓਕੇ, ਸੋ ਹੁਣ ਕੀ ਹੋਏਗਾ, ਇਸ ਰੇ ਆਫ ਲਾਈਟ ਨੇ ਜਾਣਾ ਤਾਂ ਬਿਲਕੁਲ ਸਿੱਧੇ ਸੀ, ਠੀਕ ਹੈ। ਜੇਕਰ ਐਟਮੋਸਫੇਅਰ ਨਾ ਹੁੰਦਾ ਫਿਰ ਤਾਂ ਇਸਨੇ ਬਿਲਕੁਲ ਸਿੱਧੇ ਜਾਣਾ ਸੀ, ਬਟ ਹੁਣ ਕੀ ਹੋਏਗਾ, ਇਹ ਇੱਥੋਂ ਬੈਂਡ ਹੋ ਕੇ ਆਬਜ਼ਰਵਰ ਦੀਆਂ ਅੱਖਾਂ ਦੇ ਵਿੱਚ ਆਏਗੀ, ਠੀਕ ਹੈ। ਸੋ ਜਦੋਂ ਆਪਾਂ ਇਸ ਨੂੰ ਦੇਖਾਂਗੇ ਐਕਚੁਅਲ ਦੇ ਵਿੱਚ ਆਪਾਂ ਨੂੰ ਸਟਾਰ ਕਿੱਥੇ ਦਿਖਾਈ ਦੇਊਗਾ, ਸੋ ਪਲੀਜ਼ ਧਿਆਨ ਨਾਲ ਦੇਖਿਓ, ਆਪਾਂ ਨੂੰ ਸਟਾਰ ਦਿਖਾਈ ਦੇਊਗਾ ਇਸ ਜਗ੍ਹਾ ਤੇ, ਠੀਕ ਹੈ। ਸੋ ਆਪਾਂ ਇਸ ਨੂੰ ਲਿਖ ਦਿੰਦੇ ਆ ਐਕਚੁਅਲ ਪੋਜੀਸ਼ਨ, ਠੀਕ ਹੈ, ਐਂਡ ਇਸ ਨੂੰ ਲਿਖ ਦਿੰਦੇ ਆ ਐਪਰੈਂਟ ਪੋਜੀਸ਼ਨ। ਪਲੀਜ਼ ਧਿਆਨ ਨਾਲ, ਠੀਕ ਹੈ, ਕੀ ਲਿਖਦੇ ਆ ਇਸ ਨੂੰ, ਐਪਰੈਂਟ ਪੋਜੀਸ਼ਨ। ਸੋ ਜਦੋਂ ਵੀ ਆਪਾਂ ਨੂੰ ਇਹ ਕੁਐਸਚਨ ਮਿਲਦਾ ਤੁਸੀਂ ਇਸ ਦਾ ਇਹ ਡਾਇਗਰਾਮ ਦੇ ਨਾਲ ਆਨਸਰ ਕਰਨਾ। ਰੀਜ਼ਨ ਤਾਂ ਇਸ ਦਾ ਹੈਗਾ ਐਟਮੋਸਫੈਰਿਕ ਰਿਫਰੈਕਸ਼ਨ, ਐਂਡ ਇਹ ਡਾਇਗਰਾਮ ਆਪਾਂ ਇਸ ਦੇ ਨਾਲ ਦੇ ਸਕਦੇ ਹਾਂ ਬਿਕੋਜ਼ ਜਿਹੜੀ ਇਨਸੀਡੈਂਟ ਰੇ ਆਫ ਲਾਈਟ ਆ ਰਹੀ ਹੈ ਉਸ ਦੇ ਵਿੱਚ ਕੀ ਹੋਏਗੀ, ਬੈਂਡਿੰਗ ਹੋਏਗੀ। ਸੋ ਉਸ ਨੂੰ ਜੇਕਰ ਆਪਾਂ ਫਰਦਰ ਐਕਸਟੈਂਡ ਕਰਕੇ ਦੇਖਦੇ ਹਾਂ ਤਾਂ ਆਪਾਂ ਨੂੰ ਸਟਾਰ ਇੱਥੇ ਦਿਖਾਈ ਦਿੰਦਾ ਐਜ਼ ਕੰਪੇਅਰ ਟੂ ਇੱਥੇ, ਠੀਕ ਹੈ। ਐਂਡ ਆਪਣਾ ਨੈਕਸਟ ਕੁਐਸਚਨ ਹੈ ਵਾਈ ਸਟਾਰਸ ਟਵਿੰਕਲ ਐਂਡ ਪਲੈਨਟਸ ਡੂ ਨਾਟ। ਤਾਂ ਆਪਾਂ ਅਕਸਰ ਹੀ ਜਿਹੜੇ ਸਟਾਰਸ ਆ ਉਹਨਾਂ ਨੂੰ ਟਵਿੰਕਲ ਹੁੰਦੇ ਹੋਏ ਦੇਖਿਆ ਹੋਣਾ, ਠੀਕ ਹੈ, ਆਪਾਂ ਨੂੰ ਟਵਿੰਕਲਿੰਗ ਇਫੈਕਟ ਸ਼ੋ ਕਰਦੇ ਆ ਸਟਾਰਸ। ਤਾਂ ਇਸ ਦਾ ਮੇਨ ਰੀਜ਼ਨ ਕੀ ਹੈ, ਇਸ ਦਾ ਮੇਨ ਰੀਜ਼ਨ ਹੈ ਐਟਮੋਸਫੈਰਿਕ ਰਿਫਰੈਕਸ਼ਨ। ਸੋ ਆਪਾਂ ਇਸ ਨੂੰ ਡਾਇਗਰਾਮ ਥਰੂ ਸਮਝਦੇ ਹਾਂ। ਪਹਿਲਾਂ ਆਪਾਂ ਸਟਾਰਸ ਵਾਲੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਪਲੈਨਟਸ ਬਾਰੇ ਕਰਾਂਗੇ। ਸੋ ਜਿਵੇਂ ਕਿ ਆਪਾਂ ਨੂੰ ਲਾਸਟ ਡਾਇਗਰਾਮ ਦੇ ਵਿੱਚ ਵੀ ਆਪਾਂ ਕੀਤਾ, ਇਹ ਆਪਣੇ ਕੋਲੇ ਹੋ ਗਿਆ ਅਰਥ, ਠੀਕ ਹੈ। ਅਰਥ ਦੀ ਇਸ ਨੂੰ ਆਪਾਂ ਸਰਫੇਸ ਮੰਨਿਆ ਸੀ, ਐਂਡ ਆਹ ਆਪਾਂ ਇੱਕ ਬਣਾ ਲੈਂਦੇ ਆ ਆਬਜ਼ਰਵਰ ਕੋਈ ਵੀ, ਜਿਵੇਂ ਕਿ ਆਪਾਂ ਖੜੇ ਹੁੰਦੇ ਆ, ਐਂਡ ਇਸ ਤਰੀਕੇ ਆਹ ਉੱਪਰ ਹੋ ਗਿਆ ਅਰਥ ਦੇ ਉੱਪਰ ਆਪਣਾ ਐਟਮੋਸਫੇਅਰ, ਠੀਕ ਹੈ। ਸੋ ਹੁਣ ਆਪਾਂ ਇਦਾਂ ਕਰਦੇ ਆ, ਇੱਕ ਸਾਈਡ ਸਟਾਰਸ ਬਣਾ ਲਾਂਗੇ, ਇੱਕ ਸਾਈਡ ਪਲੈਨਟਸ। ਵੈਸੇ ਇਹ ਨਹੀਂ ਹੁੰਦਾ ਵੀ ਇੱਕ ਸਾਈਡ ਸਟਾਰ ਹੁੰਦੇ ਆ ਇੱਕ ਸਾਈਡ ਪਲੈਨਟ ਹੁੰਦੇ ਆ, ਮੈਂ ਡਾਇਗਰਾਮ ਦੇ ਵਿੱਚ ਤੁਹਾਨੂੰ ਸਮਝਾਉਣ ਲਈ ਸ਼ੋ ਕਰ ਰਿਹਾ। ਓਕੇ, ਸੋ ਹੁਣ ਇੱਥੇ ਆਪਣੇ ਕੋਲੇ ਹੋ ਗਿਆ ਕੋਈ ਸਟਾਰ। ਤਾਂ ਇੱਕ ਚੀਜ਼ ਹੋਰ, ਜਿਹੜੇ ਸਟਾਰਸ ਆ ਉਹ ਕਾਫੀ ਦੂਰ ਹੁੰਦੇ ਆ, ਐਂਡ ਜਿਹੜੇ ਪਲੈਨਟਸ ਆ ਇਹ ਨੇੜੇ ਹੁੰਦੇ ਆ ਆਪਣੀ ਅਰਥ ਤੋਂ। ਸੋ ਇਹ ਆਪਣੇ ਕੋਲੇ ਹੋ ਗਿਆ ਸਟਾਰ। ਤਾਂ ਸਟਾਰ ਤੋਂ ਇਹ ਆਪਣੇ ਕੋਲੇ ਆ ਰਹੀ ਹੈ ਜੀ ਇਨਸੀਡੈਂਟ ਰੇ ਆਫ ਲਾਈਟ, ਓਕੇ। ਸੋ ਇਸ ਨੂੰ ਆਪਾਂ ਲਿਖ ਦਿੰਦੇ ਆ ਇਨਸੀਡੈਂਟ ਰੇ ਆਫ ਲਾਈਟ। ਤਾਂ ਹੁਣ ਜਦੋਂ ਇਹ ਐਟਮੋਸਫੇਅਰ ਦੇ ਵਿੱਚ ਐਂਟਰ ਕਰੇਗੀ ਤਾਂ ਕੀ ਸ਼ੋ ਕਰੇਗੀ, ਬੈਂਡਿੰਗ, ਬਿਕੋਜ਼ ਆਪਾਂ ਪੜਿਆ ਹੋਇਆ ਨਾ ਐਟਮੋਸਫੈਰਿਕ ਰਿਫਰੈਕਸ਼ਨ। ਸੋ ਇਸਨੇ ਕੀ ਸ਼ੋ ਕਰਨਾ, ਬੈਂਡਿੰਗ। ਸੋ ਇਹ ਹੋ ਜਾਏਗੀ ਇਸ ਤਰੀਕੇ ਬੈਂਡ, ਠੀਕ ਹੈ। ਐਂਡ ਜਿਹੜਾ ਆਪਣੇ ਕੋਲੇ ਉਹ ਸਟਾਰ ਸੀ ਉਹ ਆਪਾਂ ਨੂੰ ਕਿੱਥੇ ਦਿਖਾਈ ਦੇਗਾ, ਇਹ ਸਟਾਰ ਆਪਾਂ ਨੂੰ ਦਿਖਾਈ ਦੇਗਾ ਇਸ ਜਗ੍ਹਾ ਤੇ, ਠੀਕ ਹੈ। ਇਹ ਸਟਾਰ ਦੀ ਐਕਚੁਅਲ ਪੋਜੀਸ਼ਨ ਐਂਡ ਇਹ ਹੋ ਗਈ ਐਪਰੈਂਟ ਪੋਜੀਸ਼ਨ, ਓਕੇ। ਬਟ ਜੇਕਰ ਆਪਾਂ 1-2 ਸੈਕਿੰਡਸ ਬਾਅਦ ਫਿਰ ਉਸੇ ਹੀ ਸਟਾਰ ਵੱਲ ਦੇਖਦੇ ਹਾਂ, ਦੈਨ ਇਹ ਕੀ ਹੋਏਗਾ, ਜਿਹੜੀ ਬੈਂਡਿੰਗ ਆ ਇਹ ਹੋ ਸਕਦਾ ਥੋੜੀ ਹੋਰ ਤਰ੍ਹਾਂ ਹੋ ਜੇ, ਹੋ ਸਕਦਾ ਇਹ ਬੈਂਡਿੰਗ ਇਸ ਤਰੀਕੇ ਹੋ ਗਈ ਹੋਵੇ, ਠੀਕ ਹੈ। ਦੈਨ ਇਹ ਆਪਾਂ ਨੂੰ ਸਟਾਰ ਕਿੱਥੇ ਸ਼ੋ ਹੋਏਗਾ, ਸੋ ਇਹ ਸਟਾਰ ਆਪਾਂ ਨੂੰ ਸ਼ੋ ਹੋਏਗਾ ਇਸ ਜਗ੍ਹਾ ਤੇ, ਠੀਕ ਹੈ। ਆਫਟਰ ਫਿਊ ਸੈਕਿੰਡਸ ਫਿਰ ਆਪਾਂ ਦੇਖਦੇ ਹਾਂ, ਹੋ ਸਕਦਾ ਇਹੀ ਬੈਂਡਿੰਗ ਇਸ ਤਰੀਕੇ ਹੋ ਗਈ ਹੋਵੇ, ਦੈਨ ਆਪਾਂ ਨੂੰ ਇਹ ਸਟਾਰ ਕਿੱਥੇ ਸ਼ੋ ਹੋਏਗਾ, ਇਸ ਜਗ੍ਹਾ ਤੇ। ਸੋ ਇਸ ਤਰੀਕੇ ਆਪਾਂ ਨੂੰ ਡਿਫਰੈਂਟ ਪੋਜੀਸ਼ਨ ਤੇ ਉਹ ਸਟਾਰ ਦਿਖਾਈ ਦੇ ਰਿਹਾ, ਠੀਕ ਹੈ। ਇਹ ਬੈਂਡਿੰਗਸ ਅਲੱਗ-ਅਲੱਗ ਕਿਉਂ ਹੋ ਰਹੀਆਂ, ਬਿਕੋਜ਼ ਜਿਹੜੀ ਹੌਟ 에ਅਰ ਐਂਡ ਕੋਲਡ 에ਅਰ ਹੈ ਉਹ ਉੱਪਰ ਨੀਚੇ ਹੁੰਦੀ ਰਹਿੰਦੀ ਹੈ, ਵੀ ਜਿਹੜਾ ਐਟਮੋਸਫੇਅਰ ਹੈ ਉਸ ਦੇ ਰਿਫਰੈਕਟਿਵ ਇੰਡੈਕਸ ਦੇ ਵਿੱਚ ਚੇਂਜਸ ਆਉਂਦੀਆਂ ਰਹਿੰਦੀਆਂ, ਠੀਕ ਹੈ। ਸੋ ਇਸ ਕਰਕੇ ਜਿਹੜੀ ਬੈਂਡਿੰਗ ਹੈ ਕਿਤੇ ਘੱਟ ਬੈਂਡਿੰਗ ਹੋ ਜਾਂਦੀ ਹੈ, ਕਿਤੇ ਜ਼ਿਆਦਾ ਹੋ ਜਾਂਦੀ ਹੈ, ਕਿਤੇ ਫੇਰ ਘੱਟ ਹੋ ਜਾਂਦੀ ਹੈ। ਸੋ ਉਸ ਕਰਕੇ ਜਿਹੜੀਆਂ ਆਪਾਂ ਨੂੰ ਸਟਾਰ ਦੀਆਂ ਐਪਰੈਂਟ ਪੋਜੀਸ਼ਨਸ ਆ ਉਹ ਅਲੱਗ-ਅਲੱਗ ਦਿਖਾਈ ਦਿੰਦੀਆਂ। ਹੁਣ ਦੇਖੋ ਜਦੋਂ ਆਪਾਂ ਨੂੰ ਇਹ ਵਾਲੀ ਪੋਜੀਸ਼ਨ ਦਿਖਾਈ ਦੇ ਰਹੀ ਹੈ ਤਾਂ ਇਹ ਹੋ ਗਈ ਉਹ ਬ੍ਰਾਈਟ, ਐਂਡ ਬਾਕੀ ਸਾਰੀਆਂ ਕੀ ਹੋ ਜਾਣਗੀਆਂ, ਫੇਂਟ। ਐਂਡ ਜਦੋਂ ਆਪਾਂ ਨੂੰ ਇਹ ਵਾਲੀ ਦਿਸ ਰਹੀ ਹੈ ਬਾਕੀ ਦੋਨੋਂ ਕੀ ਹੋ ਜਾਣਗੀਆਂ, ਫੇਂਟ, ਐਂਡ ਇਹ ਹੋ ਜਾਏਗੀ ਬ੍ਰਾਈਟ। ਸੋ ਇਸ ਕਰਕੇ ਆਪਾਂ ਨੂੰ ਇਹ ਟਵਿੰਕਲਿੰਗ ਇਫੈਕਟ ਸ਼ੋ ਹੁੰਦਾ, ਠੀਕ ਹੈ। ਸੋ ਹੋਪਫੁਲੀ ਆਪਾਂ ਨੂੰ ਸਟਾਰਸ ਦਾ ਟਵਿੰਕਲਿੰਗ ਇਫੈਕਟ ਬਾਰੇ ਪਤਾ ਲੱਗ ਗਿਆ ਹੋਣਾ। ਐਂਡ ਹੁਣ ਆਪਾਂ ਗੱਲ ਕਰਦੇ ਹਾਂ ਵਾਈ ਪਲੈਨਟਸ ਡੂ ਨਾਟ ਟਵਿੰਕਲ। ਤਾਂ ਆਪਾਂ ਇਦਾਂ ਕਰਦੇ ਹਾਂ, ਇਸ ਸਾਈਡ ਪਲੈਨਟਸ ਬਣਾ ਲੈਂਦੇ ਹਾਂ, ਥੋੜਾ ਜਿਹਾ ਈਜ਼ੀ ਸਮਝ ਆ ਜਾਏਗਾ। ਇੱਥੇ ਵੀ ਬਣਾ ਸਕਦੇ ਹਾਂ, ਓਕੇ। ਤਾਂ ਆਪਾਂ ਇੱਥੇ ਪਲੈਨਟ ਬਣਾ ਲੈਂਦੇ ਹਾਂ, ਠੀਕ ਹੈ। ਇਹ ਆਪਣੇ ਕੋਲ ਹੋ ਗਿਆ ਕੋਈ ਵੀ ਪਲੈਨਟ, ਓਕੇ। ਸੋ ਹੁਣ ਇੱਕ ਤਾਂ ਇਹ ਚੀਜ਼ ਵੀ ਜਿਹੜੇ ਸਟਾਰਸ ਆ ਇਹ ਆਪਣੀ ਅਰਥ ਤੋਂ ਦੂਰ ਸੀਗੇ, ਜਿਹੜੇ ਪਲੈਨਟਸ ਆ ਇਹ ਅਰਥ ਦੇ ਨੇੜੇ ਆ। ਇੱਥੇ ਵੀ ਹੋ ਸਕਦਾ ਪਲੈਨਟ, ਜ਼ਰੂਰੀ ਨਹੀਂ ਵੀ ਲੈਫਟ ਸਾਈਡ ਹੀ ਬਣਾਉਣਾ, ਠੀਕ ਹੈ।
इस जगह ते बना सकते हैं आप इत्थे जे। ओके सो हुण देखो जी बिल्कुल सेम काम उवें ही बेंडिंग होएगी, सारा कुछ उवें जिवें इत्थों रे ऑफ लाइट आई, इत्थों की हुई बेंडिंग हुई, ये अपने को इंसीडेंट रे ऑफ लाइट सी, ये किहड़ी हो गई रिफ्रैक्टेड रे। तो बिल्कुल सेम अपन नूं जिहड़ी इहदी एपरेंट पोजीशन है वो कित्थे दिखाई देगी, इस जगह ते। ठीक है हुण जो थोड़े टाइम बाद आपां फिर देखते हैं, फिर इत्थों की होएगी बेंडिंग हो सकता इस तरीके हो जाए, तो आपां नूं जिहड़ी इहदी एपरेंट पोजीशन है वो कित्थे दिखाई देगी, इस जगह ते। ठीक है थोड़े टाइम बाद फिर जेकर आपां देखिए तो अपने कोले हो सकता बेंडिंग इस तरीके हो जाए, दैन आपां नूं ये कित्थे शो होएगी, इस जगह ते। ठीक है तो तुसी दोनों दे विच डिफरेंस तुहानूं पता लग गया होना भी जिहड़े प्लैनेट्स दी एपरेंट पोजीशनस आ वो एक दूजे दे उपर ओवरलैप ही हो रही हैं, जां आपां कह सकते हैं भी बहुत नेड़े नेड़े बन रही हैं, बट जिहड़ियां स्टार्स दी एपरेंट पोजीशन सी वो दूर दूर बन रही हैं। ठीक है सो इसका मेन कारण की है भी जिहड़े प्लैनेट्स आ वो नेड़े है, जिहड़े स्टार्स आ वो दूर है। नेड़े होण करके जिहड़ा ट्विंकलिंग इफैक्ट होना है इस दे विच उस नूं की कर रहे हैं, कैंसल कर रहे हैं। ठीक है सो दैट्स वाई जिहड़े प्लैनेट्स आ ये आपां नूं ट्विंकल हुंदे होए नहीं दिखाई दिंदे, बिकॉज इन्हां दी पोजीशन सेम ही रहिंदी ऑलमोस्ट, ज़्यादा चेंज नहीं हुंदी। ये नहीं हुंदा भी इत्थे प्लैनेट आ तो आपां नूं इत्थे दिखाई दे रहा होगा, एक दूजे के उपर ओवरलैप जां आपां कह सकते हैं थोड़ा जिहा उपर थोड़ा जिहा नीचे एपरेंट पोजीशनस बनदियां। ठीक है ओके एंड एक कारण इसका ये भी आपां कह सकते हैं भी जिहड़े स्टार्स आ ये हैगे आ मोनोक्रोमैटिक सोर्स ऑफ लाइट। मैं इत्थे लिख भी दिना मोनोक्रोमैटिक सोर्स ऑफ लाइट। मोनो वर्ड का मतलब मैं तुहानूं क्लास बहुत बार दस्सिया, मोनो मीन्स सिंगल, मोनोक्रोमैटिक सोर्स ऑफ लाइट। ठीक है सिंगल सोर्स ऑफ लाइट है, बिल्कुल एक सिंगल जी रे ऑफ लाइट आ रही होंगी है, बट जिहड़े प्लैनेट्स आ इन्हां चों मल्टीपल रेज ऑफ लाइट पहुंच रही हैं। ठीक है ऑब्जर्वर तक। सो इस करके जिहड़े मल्टीपल रेज ऑफ लाइट है ये की करदियां इसदे जिहड़ी एपरेंट पोजीशनस दूर दूर बनने वाले कंसैप्ट नूं की कर दिंदियां कैंसल आउट। जां आपां ये भी कह सकते हैं भी प्लैनेट्स दे केस दे विच जिहड़ियां ये एपरेंट पोजीशन आ जां जिहड़ी ट्विंकलिंग है वो की हुंदी है नेगलिजिबल हुंदी है। सो इस करके जिहड़े स्टार्स आ ये ट्विंकल करते हैं एंड जिहड़े प्लैनेट्स आ ये ट्विंकल नहीं करते। ठीक है एंड अपना नेक्स्ट क्वेश्चन है एडवांस सनराइज एंड डिलेड सनसैट। सो दैट मीनस एडवांस सनराइज का की मतलब होया भी सूरज आपां नूं उसदे एक्चुअल राइज तो भी पहला दिखाई देन लग जाता है। ठीक है 2 मिनट पहला दिखाई देन लग जाता। ओके एंड जेकर आपां गल करिए डिलेड सनसैट दैट मीनस भी जदों सूरज छिप जाता है उस तो भी बाद आपां नूं 2 मिनट दिखाई दिंदा रहिंदा है। ठीक है सो 2 मिनट आपां नूं ईवनिंग दे विच वध दिखाई दिंदा है, एक्चुअल दे विच वो छिप चुक्या हुंदा बट आपां नूं फिर भी दिखाई दिंदा। एंड 2 मिनट आपां नूं मॉर्निंग दे विच, सो आपां नूं टोटल 4 मिनट एक्स्ट्रा दिखाई दिंदा है। ठीक है 2 मिनट तो हो गया मॉर्निंग दे विच एंड 2 मिनट हो गया ईवनिंग दे विच। ओके सो हुण आपां इसदा मेन कारण की है, इसका मेन रीजन है एटमोसफेरिक रिफ्रैक्शन। सो इसनूं आपां बिल्कुल सेम लास्ट जिवें आपां कीता सी डायग्राम नाल करदे हां। ओके सो मैं इसनूं एक बार इरेज कर दिना एंड ये अपने कोले हो गया जिवें आपां लास्ट डायग्राम दे विच बनाया सी, ये अपने कोले हो गई अर्थ। ठीक है ओके एंड अर्थ के उपर आपां इस तरीके एक ऑब्जर्वर ड्रॉ कीता सी, ये अपना हो गया कोई ऑब्जर्वर। ठीक है एंड इस पार्ट में मैं कह देना हॉरिजन। ठीक है की बोलता है इसमें मैं हॉरिजन। सो हुण हॉरिजन की चीज है जिथों आपां नूं सन राइज हुंदा होया दिखाई देन लग जांदा, जां मैं कह सकदा भी जिथों आपां नूं सन छिपदा होया दिखाई दिंदा। ओके एंड जिहड़ा ये वाला पार्ट है ये अपना हो गया एटमोसफेयर, मोस्ट इंपॉर्टेंट चीज जिस करके आपां कह रहे हैं एटमोसफेरिक रिफ्रैक्शन हुंदी है। ओके सो हुण देखो भी जदों सन है जिहड़ा वो हजे हॉरिजन तो नीचे है, इस जगह ते है जो। ठीक है जो अपना सन है इस जगह ते है, हजे एक्चुअल दे विच राइज नहीं होया, बट जो रेज इसदियां इत्थों तक पहुंचणगियां एंड इस तो बाद की होगी जो एटमोसफेयर दे विच एंटर होणगियां दैन ऑब्वियसली की शो होएगी बेंडिंग। सो इस तरीके रेज ऑफ लाइट बेंड होणगियां एंड जिहड़ा सन है ये आपां नूं कित्थे दिखाई देगा, ये सन आपां नूं एक्चुअल दे विच इत्थे दिखाई देन लग जाएगा। ठीक है हुण देखो जी इसकी जिहड़ी एक्चुअल पोजीशन सी वो तो ए सी, बट आपां नूं इसकी एपरेंट पोजीशन कित्थे शो होण लग गई ए वाली।
ਬਿਲਕੁਲ ਸੇਮ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਵੀ ਕੀਤਾ ਸੀਗਾ, ਵਾਈ ਸਟਾਰਸ ਅਪੀਅਰ ਟੂ ਬੀ ਹਾਈਅਰ ਦੈਨ देयर ਐਕਚੁਅਲ ਪੋਜੀਸ਼ਨਸ। ਉਹੀ ਕਨਸੈਪਟ ਇੱਥੇ ਲੱਗ ਰਿਹਾ ਵੀ ਜਿਹੜੇ ਸਟਾਰਸ ਆ, ਸੂਰਜ ਵੀ ਇੱਕ ਤਰ੍ਹਾਂ ਦਾ ਸਟਾਰ ਹੀ ਹੈ ਨਾ, ਇਹ ਹੁੰਦਾ ਤਾਂ ਨੀਚੇ ਆ ਬਟ ਆਪਾਂ ਨੂੰ ਥੋੜਾ ਜਿਹਾ ਉੱਪਰ ਦਿਖਾਈ ਦਿੰਦਾ ਹੈ ਬਿਕੋਜ਼ ਆਫ ਐਟਮੋਸਫੈਰਿਕ ਰਿਫਰੈਕਸ਼ਨ। ਓਕੇ, ਸਿਮਿਲਰਲੀ ਈਵਨਿੰਗ ਦੇ ਵਿੱਚ ਹੁੰਦਾ। ਹੁਣ ਈਵਨਿੰਗ ਦੇ ਵਿੱਚ ਸਨ ਇੱਥੇ ਛਿਪ ਚੁੱਕਿਆ ਹੈ, ਠੀਕ ਹੈ, ਬਟ ਆਪਾਂ ਨੂੰ ਫੇਰ ਵੀ ਦਿਖਾਈ ਦਿੰਦਾ ਰਹਿੰਦਾ। ਸੋ ਇਸ ਦਾ ਮੇਨ ਕਾਰਨ ਐਟਮੋਸਫੈਰਿਕ ਰਿਫਰੈਕਸ਼ਨ। ਸੋ ਐਕਚੁਅਲ ਦੇ ਵਿੱਚ ਜਦੋਂ ਛਿਪ ਚੁੱਕਿਆ ਹੁੰਦਾ, ਜਿਹੜੀਆਂ ਰੇਜ਼ ਆਫ ਲਾਈਟ ਹੈ ਉਹ ਆਪਣੀ ਅੱਖ ਤੱਕ ਇਸ ਤਰੀਕੇ ਪਹੁੰਚ ਰਹੀਆਂ ਹੁੰਦੀਆਂ, ਠੀਕ ਹੈ, ਬਟ ਆਪਾਂ ਨੂੰ ਜਿਹੜਾ ਇਹ ਸਨ ਹੈ ਇਹ ਆਪਾਂ ਨੂੰ ਕਿੱਥੇ ਦਿਖਾਈ ਦੇ ਰਿਹਾ ਹੁੰਦਾ, ਇਸ ਜਗ੍ਹਾ ਤੇ, ਠੀਕ ਹੈ। ਸੋ ਆਪਾਂ ਨੂੰ ਇਦਾਂ ਲੱਗਦਾ ਵੀ ਹਜੇ ਛਿਪਿਆ ਨਹੀਂ, ਬਟ ਐਕਚੁਅਲ ਦੇ ਵਿੱਚ ਉਹ ਛਿਪ ਚੁੱਕਿਆ ਹੁੰਦਾ। ਸੋ 2 ਮਿੰਟ ਦਾ ਬੈਨੀਫਿਟ ਆਪਾਂ ਨੂੰ ਈਵਨਿੰਗ ਦੇ ਵਿੱਚ ਮਿਲ ਜਾਂਦਾ ਹੈ ਐਂਡ 2 ਮਿੰਟ ਦਾ ਬੈਨੀਫਿਟ ਆਪਾਂ ਨੂੰ ਮਾਰਨਿੰਗ ਦੇ ਵਿੱਚ ਮਿਲ ਜਾਂਦਾ, ਠੀਕ ਹੈ। ਐਂਡ ਲਾਸਟ ਵਿੱਚ ਆਪਾਂ ਇੱਕ ਵਾਰ ਸਟੱਡੀ ਕਰ ਲਈਏ ਜੋ ਵੀ ਐਪਲੀਕੇਸ਼ਨਸ ਕੀਤੀਆਂ ਆਪਾਂ ਐਟਮੋਸਫੈਰਿਕ ਰਿਫਰੈਕਸ਼ਨ ਦੀਆਂ। ਤਾਂ ਫਸਟ ਐਪਲੀਕੇਸ਼ਨ ਕੀਤੀ ਸੀ ਵਾਈ ਸਟਾਰਸ ਅਪੀਅਰ ਟੂ ਬੀ ਹਾਈਅਰ ਦੈਨ देयर ਐਕਚੁਅਲ ਪੋਜੀਸ਼ਨ। ਤਾਂ ਹੁਣ ਮੈਨੂੰ ਉਮੀਦ ਆ ਵੀ ਆਪਾਂ ਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਣਾ ਵੀ ਜਿਵੇਂ ਕਿ ਇੱਥੇ ਕੋਈ ਐਟਮੋਸਫੇਅਰ ਮੌਜੂਦ ਹੈ। ਸੋ ਐਟਮੋਸਫੇਅਰ ਹੋਣ ਕਰਕੇ ਜਿਹੜੀ ਇੱਥੋਂ ਰੇ ਆਫ ਲਾਈਟ ਆ ਰਹੀ ਸੀ ਏ ਸਟਾਰ ਚੋਂ, ਤਾਂ ਉਸਨੇ ਕੀ ਹੋ ਜਾਣਾ, ਥੋੜਾ ਬਹੁਤ ਇੱਥੋਂ ਬੈਂਡ ਹੋ ਜਾਣਾ। ਸੋ ਬੈਂਡ ਹੋਣ ਕਰਕੇ ਜਿਹੜਾ ਇਹ ਸਟਾਰ ਆ ਇਹ ਆਪਾਂ ਨੂੰ ਕਿਹੜੀ ਜਗ੍ਹਾ ਤੇ ਦਿਖਾਈ ਦੇਗਾ, ਇਸ ਪੋਜੀਸ਼ਨ ਤੇ, ਠੀਕ ਹੈ, ਇਸ ਦੀ ਐਪਰੈਂਟ ਪੋਜੀਸ਼ਨ ਤੇ ਦਿਖਾਈ ਦੇਗਾ ਰੈਦਰ ਦੈਨ ਇਸ ਦੀ ਐਕਚੁਅਲ ਪੋਜੀਸ਼ਨ ਤੋਂ, ਠੀਕ ਹੈ। ਐਂਡ ਆਪਣੀ ਨੈਕਸਟ ਐਪਲੀਕੇਸ਼ਨ ਸੀ ਵਾਈ ਸਟਾਰਸ ਟਵਿੰਕਲ ਐਂਡ ਪਲੈਨਟਸ ਡੂ ਨਾਟ। ਤਾਂ ਇਸ ਨੂੰ ਤਾਂ ਆਪਾਂ ਚੰਗੇ ਤਰੀਕੇ ਕਰ ਲਿਆ ਸੀ। ਸੋ ਇਸ ਡਾਇਗਰਾਮ ਦੇ ਵਿੱਚ ਵੀ ਸ਼ੋ ਹੋ ਰਿਹਾ ਵੀ ਜਿਵੇਂ ਜਿਵੇਂ ਰਿਫਰੈਕਟਿਵ ਇੰਡੈਕਸ ਚੇਂਜ ਹੋ ਰਿਹਾ ਹੈ ਵੀ ਜਿਹੜੀਆਂ ਰੇਜ਼ ਆਫ ਲਾਈਟ ਹੈ ਉਹ ਕਿਸੇ ਹੋਰ ਤਰ੍ਹਾਂ ਬੈਂਡ ਹੋ ਰਹੀਆਂ, ਕੋਈ ਕਿਸ ਤਰ੍ਹਾਂ ਬੈਂਡ ਹੋ ਰਹੀ ਹੈ, ਕੋਈ ਕਿਸ ਤਰ੍ਹਾਂ ਬੈਂਡ ਹੋ ਰਹੀ ਹੈ। ਸੋ ਜਦੋਂ ਅਬਜ਼ਰਵਰ ਤੱਕ ਪਹੁੰਚਦੀਆਂ ਤਾਂ ਉਸਨੂੰ ਕਈ ਪੋਜੀਸ਼ਨਸ ਤੇ ਸਟਾਰ ਦਿਖਾਈ ਦਿੰਦਾ, ਕਦੇ ਇਸ ਜਗ੍ਹਾ ਤੇ, ਕਦੇ ਇਸ ਜਗ੍ਹਾ ਤੇ, ਕਦੇ ਇਸ ਜਗ੍ਹਾ ਤੇ। ਸੋ ਇਸੇ ਕਰਕੇ ਆਪਾਂ ਨੂੰ ਇਦਾਂ ਲੱਗਦਾ ਵੀ ਸਟਾਰਸ ਆ ਜਿਹੜੇ ਉਹ ਟਵਿੰਕਲ ਕਰ ਰਹੇ ਆ, ਠੀਕ ਹੈ। ਐਂਡ ਪਲੈਨਟਸ ਆ ਜਿਹੜੇ ਇਹ ਆਪਣੀ ਅਰਥ ਦੇ ਕਾਫੀ ਨੇੜੇ ਹੁੰਦੇ ਆ। ਸੋ ਦੈਟਸ ਵਾਈ ਇਹਨਾਂ ਦਾ ਜਿਹੜਾ ਟਵਿੰਕਲਿੰਗ ਇਫੈਕਟ ਹੈ ਇਹਨਾਂ ਨੋਟਿਸੇਬਲ ਨਹੀਂ ਹੁੰਦਾ। ਜਿਵੇਂ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਜਿਹੜੀਆਂ ਇਹਨਾਂ ਦੀਆਂ ਐਪਰੈਂਟ ਪੋਜੀਸ਼ਨਸ ਆ ਉਹ ਇੱਕ ਦੂਜੇ ਦੇ ਬਿਲਕੁਲ ਨਾਲ ਹੀ ਬਣ ਰਹੀਆਂ ਹੁੰਦੀਆਂ, ਠੀਕ ਹੈ। ਇਹ ਨਹੀਂ ਹੁੰਦਾ ਜਿਵੇਂ ਸਟਾਰਸ ਦੇ ਵਿੱਚ ਤਾਂ ਦੂਰ ਬਣਦੀਆਂ, ਇਹਨਾਂ ਦੀ ਇੱਕ ਦੂਜੇ ਦੇ ਉੱਪਰ ਓਵਰਲੈਪ ਹੀ ਹੋ ਰਹੀਆਂ ਹੁੰਦੀਆਂ। ਦੈਟਸ ਵਾਈ ਆਪਾਂ ਲਿਖਦੇ ਹਾਂ ਸਟਾਰਸ ਟਵਿੰਕਲ ਐਂਡ ਪਲੈਨਟਸ ਡੂ ਨਾਟ ਟਵਿੰਕਲ, ਠੀਕ ਹੈ। ਐਂਡ ਥਰਡ ਐਪਲੀਕੇਸ਼ਨ ਆਪਣੇ ਕੋਲੇ ਐਡਵਾਂਸਡ ਸਨਰਾਈਜ਼ ਐਂਡ ਡਿਲੇਡ ਸਨਸੈਟ। ਸੋ ਇਸ ਬਾਰੇ ਤਾਂ ਆਪਾਂ ਚੰਗੇ ਤਰੀਕੇ ਕਰ ਲਿਆ ਵੀ ਜਿਵੇਂ ਮਾਰਨਿੰਗ ਦੇ ਵਿੱਚ ਆਪਾਂ ਨੂੰ 2 ਮਿੰਟ ਸਨ ਐਕਸਟਰਾ ਦਿਖਾਈ ਦਿੰਦਾ ਐਂਡ ਈਵਨਿੰਗ ਦੇ ਵਿੱਚ ਵੀ 2 ਮਿੰਟ ਐਕਸਟਰਾ। ਸੋ ਟੋਟਲ ਇੱਕ ਦਿਨ ਦੇ ਵਿੱਚ ਆਪਾਂ ਨੂੰ 4 ਮਿੰਟ ਸਨ ਐਕਸਟਰਾ ਦਿਖਾਈ ਦਿੰਦਾ, ਠੀਕ ਹੈ। ਸੋ ਇਸ ਡਾਇਗਰਾਮ ਤੋਂ ਆਪਾਂ ਨੂੰ ਈਜ਼ੀਲੀ ਸ਼ੋ ਹੋ ਰਿਹਾ ਵੀ ਜਿਵੇਂ ਇੱਥੇ ਸਨ ਰਾਈਜ਼ ਵੇਲੇ ਆਪਾਂ ਨੂੰ ਐਕਚੁਅਲ ਦੇ ਵਿੱਚ ਸਨ ਇੱਥੇ ਹੁੰਦਾ ਬਟ ਆਪਾਂ ਨੂੰ ਇਸ ਪੋਜੀਸ਼ਨ ਤੇ ਦਿਖਾਈ ਦੇਣ ਲੱਗ ਜਾਂਦਾ ਐਂਡ ਸਿਮਿਲਰਲੀ ਸਨਸੈਟ ਦੇ ਟਾਈਮ ਵੀ ਐਕਚੁਅਲ ਦੇ ਵਿੱਚ ਸਨ ਇੱਥੇ ਹੁੰਦਾ ਬਟ ਆਪਾਂ ਨੂੰ ਇਸ ਜਗ੍ਹਾ ਤੇ ਦਿਖਾਈ ਦੇ ਰਿਹਾ ਹੁੰਦਾ। ਸੋ ਜਦੋਂ ਵੀ ਆਪਾਂ ਨੂੰ ਐਟਮੋਸਫੈਰਿਕ ਰਿਫਰੈਕਸ਼ਨ ਦੀ ਡਾਇਗਰਾਮ ਬਣਾਉਣੀ ਆ ਜੇ ਤਾਂ ਆਪਾਂ ਇਹ ਡਾਇਗਰਾਮ ਦੇ ਸਕਦੇ ਹਾਂ ਐਜ਼ ਅ ਐਗਜ਼ਾਮਪਲ ਦੇ ਤੌਰ ਤੇ। ਕਾਫੀ ਵਧੀਆ ਡਾਇਗਰਾਮ ਆ। ਐਂਡ ਜੋ ਵੀ ਕੋਈ ਚੀਜ਼ ਨਾ ਪਤਾ ਲੱਗੀ ਹੋਵੇ ਉਹ ਤੁਸੀਂ ਮੈਨੂੰ WhatsApp ਕਰ ਦਿਓ, ਆਪਾਂ ਉਸ ਨੂੰ ਫੇਰ ਕਲੀਅਰ ਕਰ ਲਾਂਗੇ। ਬਟ ਇਸ ਟੌਪਿਕ ਨੂੰ ਬਾਰ-ਬਾਰ ਸੁਣੋ, ਕਾਫੀ ਇੰਪੋਰਟੈਂਟ ਟੌਪਿਕ ਹੈ। ਸੋ ਗੁੱਡ ਬਾਏ ਸਟੂਡੈਂਟਸ, ਹੈਵ ਅ ਨਾਈਸ ਡੇ।